सत श्री अकाल दोस्तों, मैं जीत हरजीत। मनदीप रिंपी होਰਾਂ ਦੀ कहानी फर्क ਤਾਂ ਪੈਂਦਾ है लेके हाजिर हाँ। रहीम ਦੀ ਗੱਲ ਸੁਣ ਮੈਂ ਘਬਰਾ ਗਈ। ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ। ਮੇਰੀ ਨਜ਼ਰ ਰਹੀਮ ਦੇ ਬੁੱਲਾਂ ਤੇ ਟਿਕੀ ਹੋਈ ਸੀ ਜੋ ਅਜੇ ਵੀ ਬੜਬੜਾ ਰਹੇ ਸਨ। ਉਸ ਦੀਆਂ ਘੂਰਦੀਆਂ ਅੱਖਾਂ ਤੋਂ ਮੈਂ ਸਹਿਮ ਗਈ। ਮੇਰੇ ਮਨ ਅੰਦਰਲੀ ਖਲਬਲੀ ਜਹੀ ਪੈਦਾ ਹੋ ਗਈ। ਅਚਨਚੇਤ ਮੇਰੀਆਂ ਲੱਤਾਂ ਕੰਬਣ ਲੱਗੀਆਂ ਤੇ ਮੇਰੀ ਜ਼ੁਬਾਨ ਜਿਵੇਂ ਸੰਗ ਵਿੱਚ ਚੜ ਗਈ ਹੋਵੇ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਹਾਂ ਕੀ ਨਾ। ਕਹਿ ਵੀ ਕੀ ਸਕਦੀ ਸੀ। ਰਹੀਮ ਦੇ ਘਰ ਜੋ ਖੜੀ ਸੀ ਉਸਨੇ ਤਾਂ ਆਪਣਾ ਫੈਸਲਾ ਸੁਣਾ ਦਿੱਤਾ ਸੀ। ਨਾ ਕੱਟ ਦਿਓ ਰਜੀਆ ਦਾ, ਇਹ ਹੁਣ ਕਦੇ ਸਕੂਲ ਨਹੀਂ ਆਵੇਗੀ, ਤੁਸੀਂ ਇੱਥੋਂ ਚਲੇ ਜਾਓ। ਉਸਦੇ ਇਹ ਸ਼ਬਦ ਮੇਰੇ ਦਿਲ ਦੇ ਧੁਰ ਅੰਦਰ ਤੱਕ ਵਾਰ ਕਰ ਗਏ। ਮੈਨੂੰ ਇੰਜ ਲੱਗਾ ਜਿਵੇਂ ਉਸਨੇ ਮੈਨੂੰ ਬਾਹੋਂ ਫੜ ਆਪਣੇ ਵਿਹੜੇ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਹੋਵੇ। ਮੈਂ ਕਦੇ ਰਜੀਆ ਦੇ ਮਾਸੂਮ ਚਿਹਰੇ ਵੱਲ ਵੇਖਾਂ ਜਿਸ ਦੀਆਂ ਅੱਖਾਂ ਵਿੱਚ ਮੇਰੇ ਲਈ ਮੋਹ ਦੀਆਂ ਤਰੰਗਾਂ ਨਜ਼ਰ ਆ ਰਹੀਆਂ ਸਨ, ਤੇ ਕਦੇ ਉਸਦੇ ਪਿਓ ਰਹੀਮ ਵੱਲ ਜਿਸ ਦੀਆਂ ਅੱਖਾਂ ਮੈਨੂੰ ਲਗਾਤਾਰ ਘੂਰ ਰਹੀਆਂ ਸਨ। ਰਹੀਮ ਨੂੰ ਇਸ ਪਿੰਡ ਵਿੱਚ ਆਏ 10 ਕੁ ਸਾਲ ਹੋ ਗਏ ਹਨ। ਕਦੇ ਸਬਜ਼ੀ ਵੇਚ ਕੇ ਆਪਣੇ ਟੱਬਰ ਦਾ ਢਿੱਡ ਭਰਦਾ ਸੀ। 3 ਬੱਚੇ, 2 ਪੁੱਤਰ 1 ਧੀ। ਰਜੀਆ ਸਭ ਤੋਂ ਛੋਟੀ ਤੇ ਲਾਡਲੀ। ਛੋਟਾ ਜਿਹਾ ਘਰ, 2 ਕਮਰੇ ਤੇ ਅੱਗੇ ਕੱਚਾ ਜਿਹਾ ਵਿਹੜਾ। ਘਰ ਵੀ ਕਿਰਾਏ ਤੇ। ਮੈਂ ਕਿਹੜਾ ਅੱਜ ਪਹਿਲੀ ਵਾਰ ਆਈ ਸੀ ਰਹੀਮ ਦੇ ਘਰ, ਅੱਗੇ ਵੀ ਤਾਂ ਕਈ ਵਾਰ ਆਈ। ਅੱਗੇ ਜਦੋਂ ਮੈਂ ਰਹੀਮ ਦੇ ਘਰ ਆਉਂਦੀ ਉਹ ਭੱਜਿਆ ਫਿਰਦਾ, ਕਦੇ ਕੁਰਸੀ ਖਿੱਚ ਲਿਆਉਂਦਾ ਤੇ ਕਦੇ ਕਾਹਲੀ ਨਾਲ ਪਾਣ ਦਾ ਮੰਜਾ ਡਾਹੁੰਦਾ। ਬੜੇ ਆਦਰ ਤੇ ਮਾਣ ਨਾਲ ਬੈਠੋ ਜੀ ਨਾਲ ਹੀ ਆਪਣੀ ਘਰਵਾਲੀ ਨੂੰ ਹੁਕਮ ਸੁਣਾਉਂਦਾ, ਰਵੀਨਾ ਮੈਡਮ ਜੀ ਆਏ ਹਨ, ਚਾਹ ਲਿਆ। ਉਸ ਦੀਆਂ ਗੱਲਾਂ 'ਚੋਂ ਮਾਸੂਮੀਅਤ ਝਲਕਦੀ। ਮੈਂ ਸੋਚਦੀ ਕਿੰਨਾ ਸਾਫ਼ ਦਿਲ ਹੈ। ਜੇ ਕਦੇ ਉਸਦੇ ਬੱਚੇ ਸਕੂਲ ਨਾ ਆਉਂਦੇ ਤਾਂ ਆਪੇ ਝਿੜਕਾਂ ਮਾਰ-ਮਾਰ ਛੱਡ ਜਾਂਦਾ। ਅੱਗੇ ਤਾਂ ਰਹੀਮ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ ਮੈਨੂੰ ਵੇਖ ਕੇ, ਭਾਵੇਂ ਗਰੀਬ ਸੀ ਪਰ ਖੁਦਦਾਰ ਸੀ। ਜਦੋਂ ਪਿੰਡ ਵਿੱਚ ਰਹਿਣ ਆਇਆ ਥੋੜ੍ਹੀ ਜ਼ਮੀਨ ਠੇਕੇ ਤੇ ਲੈ ਕੇ ਸਬਜ਼ੀਆਂ ਬੀਜ ਕੇ ਗੁਜ਼ਾਰਾ ਕਰਨ ਲੱਗਾ। ਖੁਸ਼ ਸੀ, ਚਲੋ ਰਿਜ਼ਕ ਰੋਟੀ ਚੱਲਦੀ ਜਾ ਰਹੀ ਸੀ। ਪਰ ਪਿਛਲੇ ਸਾਲ ਜਿਹੜਾ ਹੜ੍ਹ ਆਇਆ, ਇਸ ਹੜ੍ਹ ਦੇ ਪਾਣੀ ਨਾਲ, ਉਸ ਦੀ ਮਿਹਨਤ ਦੇ ਨਾਲ ਉਹਦੀਆਂ ਸਾਰੀਆਂ ਖੁਸ਼ੀਆਂ, ਰੀਝਾਂ, ਸੁਪਨੇ ਵੀ ਹੜ ਗਏ। ਉਸ ਦੀ ਜ਼ਿੰਦਗੀ ਦੀਆਂ ਲੀਹਾਂ ਨੇ ਅਜਿਹੇ ਝਟਕੇ ਖਾਧੇ ਜਿਸ ਨਾਲ ਉਸਦਾ ਸਾਰਾ ਟੱਬਰ ਖੇਰੂ ਹੋਣ ਕਿਨਾਰੇ ਆ ਗਿਆ। ਸਬਜ਼ੀਆਂ ਤਾਂ ਤਬਾਹ ਹੋ ਗਈਆਂ, ਪਰ ਜ਼ਮੀਨ ਦੇ ਮਾਲਕ ਨੇ ਠੇਕੇ ਦੀ ਰਕਮ ਵਸੂਲਣ ਲਈ ਰਹੀਮ ਦੇ ਗਲ ਗੂਠਾ ਦੇ ਦਿੱਤਾ। ਕਦੇ ਪੁਲਿਸ ਦੀ ਧਮਕੀ, ਕਦੇ ਪਿੰਡੋਂ ਧੱਕੇ ਮਾਰ ਬਾਹਰ ਕੱਢ ਦੇਣ ਦੇ ਡਰਾਵੇ। ਰਹੀਮ ਨੇ ਜੋ ਥੋੜ੍ਹੇ ਬਹੁਤੇ ਪੈਸੇ ਮਾੜੇ ਚੰਗੇ ਸਮੇਂ ਲਈ ਰੱਖੇ ਸਨ ਉਹ ਪੈਸੇ ਦੇ ਕੇ ਖਹਿੜਾ ਛਡਾਉਣਾ ਚਾਹਿਆ, ਪਰ ਕਿੱਥੇ, ਗੱਲ ਨਾ ਬਣੀ। ਅਖੀਰ ਰਹੀਮ ਬੜੇ ਚਾਵਾਂ ਨਾਲ, ਲਾਡਾਂ ਨਾਲ ਪਾਲੀ ਆਪਣੀ ਪੂਰੀ ਗਾਂ ਦੇ ਕੇ ਕਰਜ਼ੇ ਤੋਂ ਸੁਰਖਰੂ ਹੋਇਆ। ਪਰ ਘਰ ਵਿੱਚ ਕਲੇਸ਼ ਪੈ ਗਿਆ। ਕਿੰਨੇ ਦਿਨ ਬੱਚਿਆਂ ਨੇ ਤੇ ਘਰਵਾਲੀ ਨੇ ਚੱਜ ਨਾਲ ਰੋਟੀ ਨਾ ਖਾਧੀ। ਗਊ ਬਹੁਤ ਲਾਡਾਂ ਨਾਲ ਪਾਲੀ ਹੋਈ ਸੀ। ਰਜੀਆ ਨੇ ਉਸ ਦਾ ਨਾਂ ਭੂਰੀ ਰੱਖਿਆ ਸੀ। ਰਹੀਮ ਨੇ ਜਦੋਂ 2-3 ਦਿਨ ਘਰ ਵਿੱਚ ਫਸਰੀ ਚੁੱਪ ਵੇਖੀ ਤਾਂ ਆਪ ਵੀ ਅੱਧੀ ਰਾਤ ਨੂੰ ਸ਼ਰਾਬ ਰੋਣ ਲੱਗਾ ਤੇ ਆਖਣ ਲੱਗਾ, ਜਦੋਂ ਤੁਸੀਂ ਰੋਟੀ ਨਹੀਂ ਖਾਂਦੇ ਤਾਂ ਮੇਰੇ ਸੰਗੋਂ ਬੁਰਕੀ ਲੰਘਣੀ ਹੈ। ਮੈਨੂੰ ਦੱਸੋ ਮੈਂ ਕੀ ਕਰਦਾ। ਅਗਲੇ ਮੈਨੂੰ ਥਾਣੇ ਦੇਣ ਦੀ ਧਮਕੀ ਦਿੰਦੇ ਸਨ। ਸਾਡਾ ਇੱਥੇ ਕੌਣ, ਕਿਹਨੇ ਛਡਾਉਣਾ ਸੀ ਜੇਲ੍ਹ 'ਚੋਂ, ਕਿਹਨੇ ਸੁਣਨੀ ਸੀ ਮੇਰੀ। ਤੁਹਾਨੂੰ ਮੇਰੇ ਨਾਲੋਂ ਵੱਧ ਗਊ ਪਿਆਰੀ ਹੋ ਗਈ। ਰਹੀਮ ਦੀਆਂ ਗੱਲਾਂ ਸੁਣ ਉਸਦੇ ਬੱਚੇ ਤੇ ਘਰਵਾਲੀ ਉਸਨੂੰ ਜੱਫੀ ਪਾ ਕੇ ਰੋਣ ਲੱਗੇ। ਉਸ ਦਿਨ ਤੋਂ ਬਾਅਦ ਕਦੇ ਕਿਸੇ ਨੇ ਗਊ ਦਾ ਜ਼ਿਕਰ ਨਾ ਕੀਤਾ। ਪਰ ਜਦੋਂ ਉਹ ਖਾਲੀ ਅਤੇ ਖੁਰਲੀ ਵੇਖਦਾ ਉਹਨਾਂ ਦੇ ਕਾਲਜੇ ਦਾ ਰੁੱਗ ਭਰ ਆਉਂਦਾ। ਉਹ ਅੰਦਰੋਂ ਅੰਦਰੀ ਹੰਝੂ ਨੂੰ ਜਜ਼ਬ ਕਰ ਲੈਂਦੇ। ਕਿੰਨੇ ਦਲੇਰ ਤੇ ਹੌਸਲੇ ਵਾਲੇ ਸਾਰੇ। ਪਰ ਰੱਬ ਨੇ ਅਜੇ ਹੋਰ ਪਤਾ ਨਹੀਂ ਕੀ ਦਿਖਾਉਣ ਬਾਰੇ ਸੋਚਿਆ ਹੋਇਆ ਸੀ। ਠੇਕੇ ਵਾਲੀ ਸਾਰੀ ਜ਼ਮੀਨ ਮਾਲਕ ਨੇ ਕਿਸੇ ਹੋਰ ਨੂੰ ਦੇ ਦਿੱਤੀ। ਹੁਣ ਰਹੀਮ ਬਿਲਕੁਲ ਵਿਹਲਾ ਹੋ ਗਿਆ। ਮਾਲਕ ਨੂੰ ਮਿੰਨਤਾਂ ਤਰਲੇ ਕਰਦਾ ਰਿਹਾ ਕਿ ਉਹ ਠੇਕੇ ਦੀ ਰਕਮ ਹੁਣ ਤੱਕ ਠੀਕ ਸਮੇਂ ਤੇ ਦਿੰਦਾ ਆਇਆ ਹੈ। ਆਹ ਤਾਂ ਕੁਦਰਤੀ ਆਫਤ ਸੀ ਜਿਸ ਨੇ ਹਲੂਣ ਕੇ ਰੱਖ ਦਿੱਤਾ। ਅੱਗੇ ਤੋਂ ਕਦੇ ਦੇਰੀ ਨਹੀਂ ਹੋਵੇਗੀ। ਪਰ ਉਸ ਵਿਚਾਰੇ ਦੀ ਮਾਲਕ ਨੇ ਇੱਕ ਨਾ ਮੰਨੀ। ਉਂਝ ਵੀ ਗਰੀਬ ਬੰਦੇ ਦੀ ਭਲਾ ਕੌਣ ਸੁਣਦਾ ਹੈ। ਗਰੀਬ ਨੂੰ ਹੀ ਸਭ ਦੀਆਂ ਸੁਣਨੀਆਂ ਪੈਂਦੀਆਂ ਹਨ। ਸ਼ਾਇਦ ਰੱਬ ਨੇ ਵੀ ਤਾਂ ਕੰਨ ਵੀ ਗਰੀਬ ਬੰਦੇ ਨੂੰ ਅਮੀਰ ਦੀਆਂ ਸੁਣ ਲਈ ਹੀ ਦਿੱਤੇ ਨੇ। ਠੇਕੇ ਵਾਲੀ ਜ਼ਮੀਨ ਜਾਣ ਤੋਂ ਬਾਅਦ ਰਹੀਮ ਨੂੰ ਇੰਜ ਲੱਗਾ
ਜਿਵੇਂ ਉਸ ਦੀ ਰਿਜ਼ਕ ਦਾ ਆਖਰੀ ਸਹਾਰਾ ਉਸ ਤੋਂ ਕਿਸੇ ਨੇ ਚਪੇੜ ਮਾਰ ਕੇ ਖੋਹ ਲਿਆ ਹੋਵੇ। ਰਹੀਮ ਦੀ ਘਰਵਾਲੀ ਰਵੀਨਾ ਦੀ ਸਿਹਤ ਕਿਹੜੇ ਠੀਕ ਰਹਿੰਦੀ ਸੀ, ਉਹ ਤਾਂ ਜਿਵੇਂ ਦਵਾਈਆਂ ਦੇ ਸਿਰ ਤੇ ਹੀ ਚੱਲਦੀ ਫਿਰਦੀ ਸੀ। ਘਰ ਦਾ ਸਾਰਾ ਕੰਮ ਰਜ਼ੀਆ ਨੇ ਹੀ ਸਾਂਭਿਆ ਹੋਇਆ ਸੀ। ਰਜ਼ੀਆ ਨੂੰ ਵੇਖ ਇੰਜ ਲੱਗਦਾ ਜਿਵੇਂ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬਹੁਤ ਵੱਡੀ ਹੋ ਗਈ ਹੋਵੇ। ਉਸ ਦਾ ਬਚਪਨ ਉਸ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੇਠ ਦਰੜਿਆ ਗਿਆ। ਜਿਹੜੀ ਉਮਰ ਵਿੱਚ ਬੱਚੇ ਗੁੱਡੀਆਂ ਪਟੋਲੇ ਖੇਡਦੇ, ਉਹ ਉਮਰੇ ਰਜ਼ੀਆ ਚੁੱਲ੍ਹੇ ਤੇ ਬੈਠੀ ਰੋਟੀਆਂ ਪਕਾਉਂਦੀ ਹੋਈ ਇੰਜ ਜਾਪਦੀ ਜਿਵੇਂ ਕੋਈ ਹੱਡ ਮਾਸ ਦੀ ਗੁੱਡੀ ਘਰ ਘਰ ਖੇਡਦੀ ਰੋਟੀਆਂ ਪਕਾਉਂਦੀ ਹੋਵੇ। ਰਜ਼ੀਆ ਹੈ ਵੀ ਬਹੁਤ ਸੋਹਣੀ, ਉਸ ਦੀਆਂ ਗੱਲਾਂ ਵੀ ਸਿਆਣੀਆਂ ਵਾਲੀਆਂ। ਸਵੇਰੇ ਜਲਦੀ ਉੱਠ ਆਟਾ ਗੁੰਨ ਸਬਜ਼ੀ ਭਾਜੀ ਰਹਿੰਦੀ ਤੇ ਫਿਰ ਸਕੂਲ ਆਉਂਦੀ। ਇੱਕ ਵਾਰੀ ਜਦੋਂ ਮੇਰੀ ਸਿਹਤ ਕੁਝ ਢਿੱਲੀ ਪੈ ਗਈ, ਮੈਂ ਸਕੂਲ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਚਲੇ ਗਈ। ਉਸ ਦਿਨ ਤੋਂ ਅਗਲੇ ਦਿਨ ਮੈਂ ਸਕੂਲ ਨਾ ਆ ਸਕੀ। ਸ਼ਾਮ ਨੂੰ 5:30 ਵਜੇ ਫੋਨ ਦੀ ਘੰਟੀ ਵੱਜੀ। ਜਦੋਂ ਮੈਂ ਫੋਨ ਚੁੱਕਿਆ ਤਾਂ ਬੜੀ ਹੀ ਮਾਸੂਮ ਆਵਾਜ਼, ਹੈਲੋ ਮੈਡਮ ਜੀ, ਤੁਹਾਡੀ ਸਿਹਤ ਠੀਕ ਹੈ ਜੀ? ਮੈਡਮ ਜੀ ਤੁਸੀਂ ਅੱਜ ਸਕੂਲ ਕਿਉਂ ਨਹੀਂ ਆਏ? ਮੈਡਮ ਜੀ ਤੁਹਾਡੇ ਬਿਨਾਂ ਅੱਜ ਸਕੂਲ 'ਚ ਭੋਰਾ ਜੀ ਨਹੀਂ ਲੱਗਿਆ ਸਾਡਾ। ਮੈਂ ਅੰਦਰੋਂ ਅੰਦਰ ਬਹੁਤ ਖੁਸ਼ ਹੋਈ। ਮੇਰਾ ਮਨ ਜਿਵੇਂ ਝੂਮ ਰਿਹਾ ਸੀ ਆਪਣੇ ਲਈ ਬੱਚੇ ਦਾ ਪਿਆਰ ਵੇਖ ਕੇ। ਮੈਂ ਪੁੱਛਿਆ, ਬੇਟਾ ਕੌਣ ਬੋਲ ਰਿਹਾ ਹੈ? ਤਾਂ ਉਧਰੋਂ ਆਵਾਜ਼ ਆਈ, ਰਜ਼ੀਆ। ਉਸ ਦਿਨ ਤੋਂ ਬਾਅਦ ਤਾਂ ਰਜ਼ੀਆ ਨਾਲ ਮੇਰਾ ਪਿਆਰ ਹੋਰ ਵੀ ਗੂੜਾ ਹੋ ਗਿਆ। ਰਜ਼ੀਆ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਪੜ੍ਹਨ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀ। ਇੱਕ ਵਾਰ ਮੈਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ, ਬੱਚਿਓ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੋਗੇ? ਸਾਰੇ ਬੱਚੇ ਆਪਣੇ ਆਪਣੇ ਮਨ ਦੀਆਂ ਤਹਿਾਂ ਖੋਲ੍ਹਣ ਲੱਗੇ। ਕੋਈ ਕਹੇ ਮੈਡਮ ਜੀ ਮੈਂ ਪੁਲਿਸ ਬਣਨਾ, ਕੋਈ ਕਹੇ ਮੈਂ ਫੌਜੀ, ਕੋਈ ਨਰਸ। ਰਜ਼ੀਆ ਆਖਣ ਲੱਗੀ, ਮੈਡਮ ਜੀ ਮੈਂ ਤਾਂ ਤੁਸੀਂ ਬਣਨਾ। ਮੈਂ ਕਿਹਾ, ਪੁੱਤ ਇੱਦਾਂ ਕਹਿ ਕੇ ਮੈਂ ਟੀਚਰ ਬਣਨਾ। ਕਹਿੰਦੀ ਨਹੀਂ ਹੁੰਦੀ ਤਾਂ ਮੇਰੀਆਂ ਅੱਖਾਂ ਉਸ ਨੂੰ ਹੀ ਲੱਭਦੀਆਂ। ਮੇਰੇ ਦਿਲ ਵਿੱਚ ਹੌਲ ਜਿਹਾ ਪੈਂਦਾ ਕਿ ਅੱਜ ਰਜ਼ੀਆ ਕਿੱਥੇ ਹੈ। ਮੈਨੂੰ ਮੇਰਾ ਕੁਝ ਗੁਆਚਿਆ ਜਿਹਾ ਲੱਗਦਾ। ਜਦੋਂ ਰਜ਼ੀਆ ਜਮਾਤ ਵਿੱਚ ਬੈਠੀ ਪੜ੍ਹ ਰਹੀ ਹੁੰਦੀ ਤਾਂ ਮੇਰਾ ਮਨ ਉਸ ਨੂੰ ਕਿਤਾਬ ਨਾਲ ਸਾਂਝ ਪਾਉਂਦਿਆਂ ਵੇਖ ਮੱਲੋ ਮੱਲੀ ਝੂਮ ਉੱਠਦਾ। ਹੁਣ ਭਾਵੇਂ ਰਹੀਮ ਲੰਬੜਾਂ ਦੇ ਖੇਤ ਵਿਖੇ ਕੰਮ ਕਰਨ ਲੱਗਾ, ਸਵੇਰ ਤੋਂ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਨਾ ਇੱਕ ਦਿਨ ਵੇਖਦਾ ਨਾ ਰਾਤ, ਫਿਰ ਵੀ ਖੁਸ਼ ਸੀ। ਚਲੋ ਢਿੱਡ ਭਰ ਕੇ 2 ਵਕਤ ਦੀ ਰੋਟੀ ਤਾਂ ਮਿਲ ਰਹੀ ਹੈ ਸਾਰੇ ਟੱਬਰ ਨੂੰ। ਪਰ ਕਹਿੰਦੇ ਨੇ ਮਾੜੇ ਦੀ ਕਿਸਮਤ ਮਾੜੀ। ਪਤਾ ਨਹੀਂ ਲੰਬੜ ਦੇ ਮਨ ਵਿੱਚ ਇੱਕ ਦਿਨ ਕੀ ਆਈ। ਰਹੀਮ ਦਾ ਆਥਣ ਵੇਲੇ ਹਿਸਾਬ ਕਰ ਦਿੱਤਾ ਤੇ ਕਿਹਾ, ਕੱਲ ਤੋਂ ਖੇਤਾਂ 'ਚ ਨਾ ਆਵੀਂ। ਇਹ ਹੁਕਮ ਇੰਜ ਸੀ ਜਿਵੇਂ ਬਿਨਾਂ ਕਿਸੇ ਕਸੂਰੋਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਹੋਵੇ, ਉਹ ਵੀ ਬਿਨਾਂ ਕਿਸੇ ਅਪੀਲ ਦਲੀਲ ਤੋਂ। ਮੈਨੂੰ ਰਹੀਮ ਨਾਲ ਹਮਦਰਦੀ ਸੀ, ਪਰ ਮੈਂ ਹੈਰਾਨ ਸੀ ਕਿ ਉਹ ਆਪਣੀ ਬੇਵਸੀ ਦਾ ਗੁੱਸਾ ਆਪਣੀ ਧੀ ਤੇ ਕਿਉਂ ਕੱਢ ਰਿਹਾ ਹੈ। ਫਿਰ ਮੈਂ ਥੋੜ੍ਹੀ ਹਿੰਮਤ ਕਰਕੇ ਬੋਲੀ, ਤੁਹਾਡੀ ਬੇਟੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ। ਇਸ ਦੇ ਸੁਨਹਿਰੇ ਭਵਿੱਖ ਬਾਰੇ ਸੋਚੋ, ਇਸ ਨੂੰ ਸਕੂਲ ਭੇਜੋ। ਮੇਰਾ ਇੰਨਾ ਕਹਿਣ ਦੀ ਦੇਰ ਸੀ ਕਿ ਰਹੀਮ ਬੜੇ ਹੀ ਰੋਹਬ ਨਾਲ ਕੱਛਾਂ 'ਚ ਹੱਥ ਦੇ ਕੇ ਵਿਹੜੇ ਵਿੱਚ ਟਹਿਲਦਾ ਹੋਇਆ ਬੋਲਿਆ, ਨਹੀਂ ਜੀ, ਮੈਂ ਇੱਕ ਵਾਰ ਕਹਿ ਦਿੱਤਾ, ਮੈਂ ਨਹੀਂ ਸਕੂਲ ਭੇਜਣੀ, ਤੁਸੀਂ ਨਾ ਕੱਟ ਦਿਓ। ਹੁਣ ਮੈਨੂੰ ਥੋੜ੍ਹਾ ਗੁੱਸਾ ਆਇਆ। ਮੈਂ ਵੀ ਕਿਹਾ, ਠੀਕ ਹੈ, ਮੈਨੂੰ ਤਾਂ ਚਿੰਤਾ ਸੀ ਇਸ ਬੱਚੀ ਦੀ, ਤਾਂ ਹੀ ਮੈਂ ਤੁਹਾਡੇ ਘਰ ਆਈ। ਜਦੋਂ ਤੁਹਾਨੂੰ ਹੀ ਕੋਈ ਫਿਕਰ ਨਹੀਂ ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਵੀ ਇੱਕ ਬੱਚੇ ਦਾ ਨਾਂ ਕੱਟਣ 'ਤੇ ਕੋਈ ਫਰਕ ਨਹੀਂ ਪੈਣ ਲੱਗਿਆ। ਮੈਂ ਇੰਨਾ ਕਹਿ ਕੇ ਸਕੂਲ ਵਾਪਸ ਆ ਗਈ। ਮੇਰੇ ਦਿਮਾਗ ਵਿੱਚ ਰਹੀਮ ਦੀਆਂ ਗੱਲਾਂ ਘੁੰਮ ਰਹੀਆਂ ਸਨ। ਮੈਂ ਆਪਣੇ ਆਪ ਨੂੰ ਕੋਸ ਰਹੀ ਸੀ, ਵਾਰ-ਵਾਰ ਸੋਚ ਰਹੀ ਸੀ ਕੀ ਲੋੜ ਸੀ ਮੈਨੂੰ ਉਸਦੇ ਘਰ ਜਾਣ ਦੀ। ਮੇਰੀ ਕੀ ਇੱਜ਼ਤ ਰਹਿ ਗਈ? ਮੈਂ ਬੱਚਿਆਂ ਨੂੰ ਵੀ ਠੀਕ ਢੰਗ ਨਾਲ ਨਾ ਪੜ੍ਹਾ ਸਕੀ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਇੰਨੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ। ਮੈਂ ਆਪਣੇ ਨਾਲ ਦੇ ਅਧਿਆਪਕਾਂ ਦੀਆਂ ਨਾਲ ਵੀ ਨਜ਼ਰਾਂ ਨਾ ਮਿਲਾ ਸਕੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਹਿ ਰਹੇ ਹੋਣ, ਉਤਰ ਗਿਆ ਭੂਤ ਸੁਧਾਰਦਾ। ਕਦੇ ਓਵਰਟਾਈਮ, ਕਦੇ ਕੁਝ ਹੋਰ ਜਾਓ ਬੱਚਿਆਂ ਦੇ ਘਰ ਬੱਚਿਆਂ ਨੂੰ ਬੁਲਾਉਣ, ਹੁਣ ਟਿਕ ਕੇ ਬੈਠ ਜਾਓ। ਪਤਾ ਨਹੀਂ ਇਹ ਮੇਰੇ ਮਨ ਦਾ ਵਹਿਮ ਸੀ ਜਾਂ ਕੁਝ ਹੋਰ। ਮੈਂ ਖੁਦ ਤੋਂ ਹੀ ਨਜ਼ਰਾਂ ਚੁਰਾ ਰਹੀ ਸੀ ਜਾਂ ਆਪਣੇ ਨਾਲ ਦੇ ਅਧਿਆਪਕ ਸਾਥੀਆਂ ਤੋਂ। ਫਿਰ ਅਚਾਨਕ ਸੋਚਣ ਲੱਗੀ, ਰਜ਼ੀਆ ਦੀ ਜਮਾਤ ਵਿੱਚ ਹੀ ਪੜ੍ਹਦੀ ਕੁੜੀ ਜੋ ਮੇਰੇ ਨਾਲ ਉਸਦੇ ਘਰ ਗਈ ਸੀ, ਉਸਦੇ ਸਾਹਮਣੇ ਮੇਰੀ ਕੀ ਰਹਿ ਗਈ? ਮੇਰੀ ਉਸ ਬੱਚੀ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਵੀ ਜਵਾਬ ਦੇ ਗਈ। ਹੁਣ ਮੈਂ ਅੰਦਰ ਹੀ ਅੰਦਰ ਫੈਸਲਾ ਕਰ ਲਿਆ ਕਿ ਭਾਵੇਂ ਆਪਣੇ ਅੱਜ ਤੋਂ ਬਾਅਦ ਕਿਸੇ ਵੀ ਬੱਚੇ ਦੇ ਘਰ ਨਹੀਂ ਜਾਵਾਂਗੀ। ਜੇ ਮੈਂ ਅੱਜ ਰਜ਼ੀਆ ਦੇ ਘਰ ਗਈ ਤਾਂ ਮੈਨੂੰ ਉਸਦੇ ਪਿਓ ਤੋਂ ਇੰਨਾ ਕੁਝ ਸੁਣਨਾ ਪਿਆ। ਜੇ ਮੈਂ ਉੱਥੇ ਨਾ ਜਾਂਦੀ ਤਾਂ ਕਿਵੇਂ ਉਹ ਕੁਝ ਕਹਿ ਸਕਦਾ? ਫਿਰ ਮੈਂ ਸੋਚਣ ਲੱਗਦੀ ਹਾਂ
ਕਿ ਮੈਂ ਪਿਛਲੇ 14-15 ਸਾਲਾਂ ਤੋਂ ਇਸ ਸਕੂਲ ਵਿੱਚ ਪੜ੍ਹਾ ਰਹੀ ਹਾਂ। ਬਹੁਤ ਸਾਰੇ ਬੱਚੇ ਮੇਰੇ ਕੋਲੋਂ ਪੜ੍ਹ ਕੇ ਗਏ। ਉਹ ਬੱਚੇ ਤੇ ਉਹਨਾਂ ਦੇ ਮਾਪੇ ਮੈਨੂੰ ਕਿੰਨਾ ਆਦਰ ਮਾਣ ਦਿੰਦੇ। ਮੈਂ ਅੱਜ ਤੱਕ ਹਰ ਕਿਸੇ ਦੀ ਗਮੀ ਤੇ ਖੁਸ਼ੀ ਵਿੱਚ ਸ਼ਰੀਕ ਹੋਈ। ਰਹੀਮ ਦੇ 2 ਬੱਚੇ ਪਹਿਲਾਂ ਵੀ ਮੇਰੇ ਕੋਲੋਂ 5ਵੀਂ ਪਾਸ ਕਰ ਗਏ ਹਨ। ਉਸਨੇ ਪਹਿਲਾਂ ਤਾਂ ਕਦੇ ਮੈਨੂੰ ਇੰਜ ਅੱਖਾਂ ਨਹੀਂ ਦਿਖਾਈਆਂ, ਫਿਰ ਅੱਜ ਕਿਉਂ? ਫਿਰ ਮੈਂ ਆਪਣੇ ਬਾਰੇ ਸੋਚਣ ਲੱਗੀ ਕਿ ਸ਼ਾਇਦ ਭੁੱਲ ਭੁਲੇਖੇ ਮੈਥੋਂ ਹੀ ਨਾ ਤਾਂ ਨਹੀਂ ਉਸ ਨਾਲ ਕੋਈ ਵਧੀਕੀ ਹੋਈ ਹੋਵੇ। ਵਾਰ-ਵਾਰ ਸੋਚਣ ਤੇ ਮੈਨੂੰ ਕੁਝ ਯਾਦ ਨਹੀਂ ਆਇਆ। ਮੈਂ ਪਰੇਸ਼ਾਨ ਸੀ। ਵਾਰ-ਵਾਰ ਰਜ਼ੀਆ ਬਾਰੇ ਸੋਚਣ ਲੱਗਦੀ। ਬੱਚੀ ਕਿੰਨੀ ਲਾਇਕ ਹੈ, ਪੜ੍ਹਨ ਵਿੱਚ ਵੀ ਹੁਸ਼ਿਆਰ ਤੇ ਡਰਾਇੰਗ ਵੀ ਕਿੰਨੀ ਸੋਹਣੀ ਕਰਦੀ ਹੈ। ਕੀ ਬਣੂ ਇਸ ਬੱਚੀ ਦਾ? ਅੱਧੀ ਛੁੱਟੀ ਹੋਣ ਤੇ ਵੀ ਜਮਾਤ ਵਿੱਚ ਬੈਠੀ ਰਹੀ। ਰੋਟੀ ਦੀ ਵੀ ਭੁੱਖ ਜਿਵੇਂ ਮਰ ਗਈ ਹੋਵੇ। ਘਰ ਜਾ ਕੇ ਮੇਰੀਆਂ ਅੱਖਾਂ ਅੱਗੇ ਰਜ਼ੀਆ ਦਾ ਮਾਸੂਮ ਚਿਹਰਾ ਹੀ ਘੁੰਮਦਾ ਰਿਹਾ। ਫਿਰ ਮੈਨੂੰ ਯਾਦ ਆਇਆ, ਮੈਂ ਰਹੀਮ ਨੂੰ ਕਿਹਾ ਸੀ ਇੱਕ ਬੱਚੇ ਦੇ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ। ਫਿਰ ਮੈਂ ਉਦਾਸ ਕਿਉਂ ਵਾਰ-ਵਾਰ ਰਜ਼ੀਆ ਬਾਰੇ ਹੀ ਸੋਚ ਰਹੀ ਹਾਂ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਆਪ ਨਾਲ ਹੀ ਝੂਠ ਬੋਲ ਰਹੀ ਹਾਂ। ਇਹ ਝੂਠ ਹੀ ਤਾਂ ਸੀ ਕਿ ਮੈਨੂੰ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ। ਸੱਚ ਤਾਂ ਇਹ ਹੈ ਕਿ ਮੈਨੂੰ ਫਰਕ ਪੈਂਦਾ ਹੈ। ਰਜ਼ੀਆ ਦਾ ਜਮਾਤ ਵਿੱਚ ਹੋਣ ਜਾਂ ਨਾ ਹੋਣ ਦਾ ਜੇ ਮੈਨੂੰ ਫਰਕ ਪੈਂਦਾ ਹੈ ਤਾਂ ਹੀ ਮੈਂ ਬਾਰ-ਬਾਰ ਰਜ਼ੀਆ ਬਾਰੇ ਸੋਚ ਰਹੀ ਹਾਂ। ਮੇਰੀ ਚੁੱਪ ਤੇ ਉਦਾਸੀ ਨੂੰ ਮੇਰੀ 8 ਸਾਲ ਦੀ ਧੀ ਨੇ ਮੇਰੇ ਚਿਹਰੇ ਤੋਂ ਬਹੁਤ ਹੀ ਆਸਾਨੀ ਨਾਲ ਪੜ੍ਹ ਲਿਆ। ਉਹ ਮੈਨੂੰ ਪੁੱਛਦੀ ਹੈ, ਮੰਮੀ ਜੀ ਤੁਸੀਂ ਮੈਥੋਂ ਨਾਰਾਜ਼ ਹੋ? ਮੈਂ ਆਪਣੀ ਧੀ ਦੀ ਗੱਲ ਸੁਣ ਕੇ, ਮੇਰੀ ਧੀ ਇੰਨੀ ਵੱਡੀ ਹੋ ਗਈ ਜੋ ਆਪਣੀ ਮਾਂ ਦਾ ਚਿਹਰਾ ਪੜ੍ਹ ਸਕਦੀ ਹੈ। ਫਿਰ ਮੈਂ ਗੱਲ ਟਾਲਣ ਲਈ ਕਿਹਾ, ਪੁੱਤ ਮੇਰਾ ਸਿਰ ਦਰਦ ਹੋ ਰਿਹਾ ਹੈ। ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਮੇਰਾ ਸਿਰ ਦਬਾਉਣ ਲੱਗੀ। ਮੇਰੇ ਮਨ ਨੂੰ ਬਹੁਤ ਰਾਹਤ ਮਿਲੀ। ਪਰ ਜਦੋਂ ਮੈਂ ਧੀ ਦੇ ਚਿਹਰੇ ਵੱਲ ਵੇਖਿਆ ਤਾਂ ਮੈਨੂੰ ਰਜ਼ੀਆ ਦਾ ਚਿਹਰਾ ਕਿਉਂ ਨਜ਼ਰ ਆਇਆ। ਮੈਂ ਰਾਤ ਨੂੰ ਵੀ ਚੰਗੀ ਤਰ੍ਹਾਂ ਸੋ ਨਾ ਸਕੀ। ਰਜ਼ੀਆ ਹੀ ਕਦੀ ਹੱਸਦੀ ਨਜ਼ਰ ਆਵੇ, ਕਦੇ ਰੋਂਦੀ। ਇੱਕ ਵਾਰ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਂਹ ਫੜ ਕਿਧਰੇ ਦੂਰ ਲੈ ਜਾ ਰਿਹਾ ਹੋਵੇ। ਮੇਰੀ ਅੱਖ ਖੁੱਲ੍ਹ ਗਈ। ਫਿਰ ਮੈਂ ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਪ੍ਰਾਰਥਨਾ ਤੋਂ ਬਾਅਦ ਜਦੋਂ ਮੈਂ ਜਮਾਤ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ, ਰਹੀਮ ਰਜ਼ੀਆ ਦੀ ਬਾਂਹ ਫੜੀ ਜਮਾਤ ਵਿੱਚ ਦਾਖਲ ਹੋਇਆ। ਮੇਰੇ ਹੱਥ ਵਿੱਚ ਚਾਕ ਸੀ ਤੇ ਬਲੈਕ ਬੋਰਡ ਤੇ ਕੁਝ ਲਿਖ ਰਹੀ ਸੀ। ਰਹੀਮ ਅਚਾਨਕ ਮੇਰੇ ਪੈਰਾਂ ਤੇ ਹੱਥ ਲਾਉਣ ਲੱਗਿਆ। ਮੈਂ ਇੱਕਦਮ ਤਰਪਕ ਕੇ ਪਿੱਛੇ ਹੋ ਗਈ। ਉਹ ਹੱਥ ਜੋੜੀ ਮੇਰੇ ਕੋਲ ਆਣ ਖੜਾ ਆਖਣ ਲੱਗਾ, ਮੈਡਮ ਜੀ ਮੈਥੋਂ ਗਲਤੀ ਹੋ ਗਈ। ਕੱਲ ਮੈਥੋਂ ਬਹੁਤ ਬੁਰਾ ਭਲਾ ਕਹਿ ਹੋ ਗਿਆ। ਮੈਨੂੰ ਬਹੁਤ ਪਛਤਾਵਾ ਹੈ। ਉਸਦੀਆਂ ਅੱਖਾਂ ਵਿੱਚ ਸੱਚਮੁੱਚ ਹੀ ਪਛਤਾਵੇ ਦੇ ਅੱਥਰੂ ਸਨ। ਮੈਂ ਹੈਰਾਨ ਸੀ ਕਿ ਇਹ ਕੱਲ ਵਾਲਾ ਹੀ ਰਹੀਮ ਹੈ। ਮੈਂ ਹੁਣ ਵੀ ਚੁੱਪ ਸੀ। ਮੈਂ ਕੁਝ ਨਹੀਂ ਸੀ ਬੋਲ ਪਾ ਰਹੀ। ਰਹੀਮ ਨੇ ਦੱਸਿਆ, ਮੇਰੀ ਪਿਛਲੇ 5-6 ਦਿਨ ਤੋਂ ਕੋਈ ਦਿਹਾੜੀ ਨਹੀਂ ਲੱਗੀ। ਤੁਹਾਨੂੰ ਸਾਡੇ ਘਰ ਦੀ ਹਾਲਤ ਦਾ ਪਤਾ ਹੀ ਹੈ। ਮੈਨੂੰ ਕਿਸੇ ਨੇ ਕਿਹਾ ਸੀ ਕਿ ਰਜ਼ੀਆ ਨੂੰ ਬੜੀ ਕੋਠੀ ਵਿੱਚ ਬੱਚਾ ਸਾਂਭਣ ਲਈ ਭੇਜ ਤੇ 1000 ਰੁਪਏ ਮਹੀਨੇ ਮਿਲਿਆ ਕਰਨਗੇ। ਮੈਂ ਮਜਬੂਰ ਸਾਂ ਮੈਡਮ ਜੀ। ਢਿੱਡ ਦੀ ਭੁੱਖ ਵੀ ਬੰਦੇ ਦੀ ਰੂਹ ਨੂੰ ਮਾਰ ਦਿੰਦੀ ਹੈ। ਕੱਲ ਨੂੰ ਮੈਂ ਨਹੀਂ, ਮੇਰੇ ਵਿੱਚ ਮੇਰੇ ਪਰਿਵਾਰ ਦੀ ਬੇਵਸ ਭੁੱਖ ਬੋਲ ਰਹੀ ਸੀ। ਮੇਰੇ ਘਰ ਦੇ ਜੀ ਇਸ ਗੱਲ ਨਾਲ ਸਹਿਮਤ ਨਹੀਂ ਸਨ, ਜਿਸ ਕਾਰਨ ਕੱਲ ਜਦੋਂ ਤੁਸੀਂ ਮੇਰੇ ਘਰ ਆਏ ਤਾਂ ਮੈਥੋਂ ਤੁਹਾਨੂੰ ਵੀ ਵੱਧ ਘੱਟ ਬੋਲ ਹੋ ਗਿਆ, ਕਿਉਂਕਿ ਮੇਰਾ ਸਾਰਾ ਪਰਿਵਾਰ ਮੈਥੋਂ ਬਾਗੀ ਹੋ ਗਿਆ ਸੀ। ਕੋਈ ਨਹੀਂ ਸੀ ਚਾਹੁੰਦਾ ਕਿ ਰਜ਼ੀਆ ਘਰੋਂ ਜਾਵੇ। ਕਿਸੇ ਨੇ ਵੀ ਕੱਲ ਦੀ ਰੋਟੀ ਦੀ ਬੁਰਕੀ ਮੂੰਹ ਨਹੀਂ ਲਾਈ। ਕਹਿੰਦੇ ਜੇ ਭੁੱਖ ਨਾਲ ਮਰ ਗਏ ਤਾਂ ਕੋਈ ਗੱਲ ਨਹੀਂ, ਪਰ ਹਾਂ ਇੱਕ ਦੂਜੇ ਤੋਂ ਬਗੈਰ ਨਹੀਂ। ਰਜ਼ੀਆ ਮੇਰੇ ਗਲ ਲੱਗ ਬਹੁਤ ਰੋਈ ਤੇ ਆਖਣ ਲੱਗੀ, ਅੱਬੂ ਤੈਨੂੰ ਮੇਰੇ ਤੇ ਗਊ 'ਚ ਕੋਈ ਫਰਕ ਨਹੀਂ ਨਜ਼ਰ ਆਇਆ? ਮੇਰੇ ਭਾਗ ਵੀ ਭੂਰੀ ਵਰਗੇ ਹੀ ਨੇ। ਚੰਦਰੀ ਦੇ ਬੋਲਾਂ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ। ਮੇਰੀ ਰੂਹ ਝੰਬੀ ਗਈ। ਮੈਡਮ ਜੀ ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੈ। ਮੈਨੂੰ ਪਤਾ ਹੈ ਕਿ ਤੁਹਾਨੂੰ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਮੇਰੀ ਰਜ਼ੀਆ ਦਾ ਨਾਂ ਨਾ ਕੱਟਿਓ। ਅੱਜ ਮੈਂ ਦਿਹਾੜੀ ਲੱਭਣ ਚੱਲਿਆ ਹਾਂ। ਮੇਰੀ ਧੀ ਤੁਹਾਡੇ ਕੋਲ ਹੀ ਪੜ੍ਹੇਗੀ। ਰਹੀਮ ਬੋਲ ਰਿਹਾ ਸੀ ਤੇ ਮੇਰੀਆਂ ਅੱਖਾਂ 'ਚੋਂ ਮੇਰੇ ਹੰਝੂ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਸਨ। ਸਾਰੇ ਬੱਚੇ ਮੇਰੇ ਮੂੰਹ ਵੱਲ ਵੇਖ ਰਹੇ ਸਨ। ਰਹੀਮ ਆਪਣੇ ਹੱਥ ਜੋੜੀ ਖੜਾ ਸੀ ਤੇ ਉਸਦੀਆਂ ਨਜ਼ਰਾਂ ਮੇਰੇ ਮੂੰਹ ਤੇ ਟਿਕੀਆਂ ਹੋਈਆਂ ਸਨ। ਮੈਂ ਰਹੀਮ ਨੂੰ ਕਿਹਾ, ਮੈਂ ਰਜ਼ੀਆ ਦਾ ਨਾਂ ਨਹੀਂ ਕੱਟ ਸਕਦੀ ਕਿਉਂਕਿ ਮੈਨੂੰ ਇਸ ਦਾ ਨਾਂ ਕੱਟਣ ਤੇ ਬਹੁਤ ਫਰਕ ਪੈਂਦਾ ਹੈ। ਹਾਂ, ਫਰਕ ਤਾਂ ਪੈਂਦਾ ਹੈ। ਧੰਨਵਾਦ ਦੋਸਤੋ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਬਾਰੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।